ਉਹਦੀ ਵਿਚਾਰਧਾਰਾ ਦਾ ਜਾਂ ਇਸ ਵੇਲੇ ਸੱਤਾ ਦੇ ਵਿੱਚ ਬੈਠੀ ਹੋਈ ਧਿਰ ਦਾ ਕੀ ਫਾਇਦਾ? ਜਿੰਨਾ ਵੀ ਫੰਡਿੰਗ ਹੁੰਦੀ ਹੈ ਬੀਜੇਪੀ ਨੂੰ, ਉਹਦੇ ਵਿੱਚ ਵੱਡਾ ਹਿੱਸਾ ਅਡਾਨੀਆਂ ਤੇ ਅਬਾਨੀਆਂ ਦਾ ਲੱਗਦਾ ਹੈ। ਦੇਖੋ, ਜਦੋਂ ਵੀ ਇਦਾਂ ਦੇ ਅੰਦੋਲਨ ਹੁੰਦੇ ਨੇ ਔਰ ਇਦਾਂ ਦੀਆਂ ਕ੍ਰਾਂਤੀਆਂ ਹੁੰਦੀਆਂ ਨਾ, ਤਾਂ ਉਹ ਆਪਣੇ ਬਹੁਤ ਕੁਝ ਨਵਾਂ ਸਿਰਜਦੀਆਂ ਨੇ। ਪੰਜਾਬ ਦੇ ਬਹੁਤ ਸਾਰੇ ਸਾਹਿਤਕਾਰ, ਨਵੇਂ ਸਾਹਿਤਕਾਰ ਵੀ ਪੈਦਾ ਹੋਣਗੇ ਔਰ ਪੁਰਾਣੇ ਸਾਹਿਤਕਾਰ ਵੀ ਇਸ ਮੂਵਮੈਂਟ ਨਾਲ ਜੁੜ ਰਹੇ ਨੇ। ਲਗਭਗ 45 ਕਾਨੂੰਨ ਜਿਹਨੇ ਰਾਤੋਂ ਰਾਤ ਕਰੋਨਾ ਦੇ ਡਰ ਦੇ ਵਿੱਚ ਜਿਹੜੇ ਨੇ ਉਹਨਾਂ ਦਿਨਾਂ ਦੇ ਵਿੱਚ ਪਾਸ ਕੀਤੇ, ਔਰ ਉਹਨਾਂ ਦੇ ਵਿੱਚੋਂ ਸਿਰਫ ਜਿਹੜੀ ਪੰਜਾਬ ਦੀ ਕਿਸਾਨੀ ਅੱਗੇ ਆਈ ਹੈ। ਕਾਰਨ ਕੀ ਦੇਖਦੇ ਹੋ ਇਹਦੇ ਪਿੱਛੇ? ਕੀ ਉਹ ਜਿਹੜਾ ਇੰਡੀਵਿਜੂਅਲ ਤੌਰ ਤੇ ਸੁਭਾਅ ਉਹ ਬੋਲਦਾ ਪਿਆ ਉਸ ਸਰਕਾਰ ਦੇ ਵਿੱਚੋਂ, ਜਾਂ ਇਸ ਸਰਕਾਰ ਦੇ ਪਿੱਛੇ ਵਿਚਾਰਧਾਰਾ ਬੋਲਦੀ ਪਈ ਹੈ, ਜਾਂ ਕੁਝ ਹੋ ਰਿਹਾ? ਤਾਂ ਵੱਡਾ ਕਾਰਨ ਹੈ ਕਿ ਉਹਨਾਂ ਦੀ ਵਿਚਾਰਧਾਰਾ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਸਾਰੇ ਹਿੰਦੁਸਤਾਨ ਦੇ ਵਿੱਚ, ਜਿਵੇਂ ਹਿਟਲਰ ਨੇ ਕਿਸੇ ਵੇਲੇ ਕਬਜ਼ਾ ਕੀਤਾ ਸੀ ਜਰਮਨ ਦੇ ਉੱਤੇ, ਕਿ ਤੁਸੀਂ ਹਿੰਦੁਸਤਾਨ ਦੇ ਉੱਤੇ ਕਬਜ਼ਾ ਕਰੋ ਤੇ ਅਸੀਂ ਤੁਹਾਡੇ ਨਾਲ ਹਾਂ। ਅੰਦੋਲਨ ਜਿਨ੍ਹਾਂ ਦੇ ਬਾਰੇ ਬਹੁਤ ਵਾਰ ਪੜ੍ਹਿਆ ਜਾਂਦਾ ਆ, ਜਿਨ੍ਹਾਂ ਦੀਆਂ ਬਾਤਾਂ ਲਿਖੀਆਂ ਜਾਂਦੀਆਂ ਆ, ਸਾਹਿਤਕਾਰ ਅੰਦੋਲਨਾਂ ਨਾਲ ਜੁੜੀਆਂ ਹੋਈਆਂ ਕਵਿਤਾਵਾਂ, ਕਹਾਣੀਆਂ, ਵੱਖ-ਵੱਖ ਸਾਹਿਤ ਵਿਧਾਵਾਂ ਦੇ ਨਾਲ ਆਪਣੇ ਸ਼ਬਦਾਂ ਦਾ ਜਾਦੂ ਬਖੇਰਦੇ ਨੇ ਤੇ ਉਮੀਦ ਰੱਖਦੇ ਨੇ ਕਿ ਇਹ ਅੰਦੋਲਨ ਦੀਆਂ ਜਿਹੜੀਆਂ ਬਾਤਾਂ ਅਸੀਂ ਪਾ ਰਹੇ ਹਾਂ, ਲੋਕਾਂ ਦੇ ਵਿੱਚ ਇੱਕ ਨਵੀਂ ਚੇਤਨਾ ਜਿਹੜੀ ਉਹ ਪੈਦਾ ਕਰਨਗੀਆਂ। ਪਰ ਇਸ ਸਮੇਂ ਜੋ ਕੁਝ ਹੋ ਵਾਪਰਿਆ ਆ, ਹੁਣ ਅੰਦੋਲਨ ਨੂੰ ਖੁਦ ਇਸ ਸਮੇਂ ਇੱਕ ਨਵਾਂ ਇਤਿਹਾਸ ਘੜ ਰਿਹਾ ਆ। ਜਦੋਂ ਅਸੀਂ ਕਹਿੰਦੇ ਹਾਂ ਕਿ ਇਸ ਸਮੇਂ ਇਤਿਹਾਸ ਘੜਿਆ ਜਾ ਰਿਹਾ ਤੇ ਇਸ ਸਭ ਦੇ ਦਰਮਿਆਨ ਸਾਹਿਤਕਾਰ ਕਿੱਥੇ ਖੜੇ ਨੇ, ਬੁੱਧੀਜੀਵੀ ਕਿੱਥੇ ਖੜੇ ਨੇ, ਔਰ ਇਹਦੇ ਵਿੱਚ ਸਾਹਿਤ ਕਿੰਨਾ ਕੁ ਪ੍ਰਭਾਵੀ ਹੋ ਰਿਹਾ, ਉਸ ਬਾਬਤ ਗੱਲ ਕਰਨੀ ਵੀ ਬਣਦੀ ਹੈ। ਇਸ ਵੇਲੇ ਸਾਡੇ ਨਾਲ ਡਾਕਟਰ ਭੀਮੇਂਦਰ ਸਿੰਘ ਹੋਰੀ ਮੌਜੂਦ ਨੇ। ਡਾਕਟਰ ਸਾਹਿਬ, ਜਦੋਂ ਅਸੀਂ ਸਾਹਿਤ ਦੀ ਗੱਲ ਕਰਦੇ ਨਾ ਤੇ ਬੜੀ ਪੁਰਾਣੀ ਜੀ ਸਤਰਿਆ, ਹਾਲਾਂਕਿ ਉਹਦੇ ਅਰਥ ਵੀ ਹੁਣ ਤਕਰੀਬਨ ਸਮਾਂ ਵਿਹਾ ਚੁੱਕਿਆ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ, ਉਹ ਹੁਣ ਅਰਥ ਵਿਹਾ ਚੁੱਕੀਆਂ ਗੱਲਾਂ ਨੇ। ਪਰ ਘੱਟੋ ਘੱਟ ਇੱਕ ਚੀਜ਼ ਜ਼ਰੂਰ ਹੈ, ਜੋ ਕੁਝ ਹੁੰਦਾ ਵਾਪਰਦਾ ਹੈ ਨਾ, ਉਹਦੇ ਵਿੱਚ ਸਾਹਿਤ ਦੀ ਬੜੀ ਵੱਡੀ ਭੂਮਿਕਾ ਹੁੰਦੀ ਹੈ ਨਾ। ਉਹ ਸਾਹਿਤ ਕਈ ਵਾਰੀ ਉੱਦਾਂ ਦੇ ਹੋਣ ਵਾਪਰਨ ਲਈ ਸਥਿਤੀਆਂ ਤਿਆਰ ਵੀ ਕਰਦਾ ਤੇ ਕਈ ਵਾਰੀ ਉਹਨਾਂ ਸਥਿਤੀਆਂ ਦੇ ਵਿੱਚੋਂ ਹੀ ਸਾਹਿਤ ਜਿਹੜਾ ਉਹ ਘੜਿਆ ਵੀ ਜਾਂਦਾ। ਇਸ ਵੇਲੇ ਜੋ ਕੁਝ ਹੋ ਵਾਪਰਿਆ, ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਸਾਹਿਤ ਦੇ ਵਿੱਚੋਂ ਨਿਕਲਿਆ, ਜਾਂ ਸਾਹਿਤ ਇਸ ਵੇਲੇ ਇਸ ਅੰਦੋਲਨ ਦੇ ਵਿੱਚੋਂ ਬਹੁਤ ਕੁਝ ਲੈ ਰਿਹਾ ਹੈ? ਜਸਵੀਰ ਜੀ, ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਤੁਹਾਡਾ ਸਵਾਲ ਬਹੁਤ ਵਧੀਆ ਹੈ। ਮੈਂ ਇਹ ਦੱਸਣਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਕਿ ਹੁਣ ਤੱਕ ਦਾ ਜਿੰਨਾ ਵੀ ਕਲਾਸਿਕ ਸਾਹਿਤ ਹੈ, ਚਾਹੇ ਕਿਸੇ ਵੀ ਭਾਸ਼ਾ ਦਾ ਹੋਵੇ, ਚਾਹੇ ਆਪਾਂ ਪੰਜਾਬੀ ਦੀ ਗੱਲ ਕਰੀਏ, ਉਹ ਸਿਆਸੀ ਅੰਦੋਲਨਾਂ ਦੇ ਵਿੱਚੋਂ ਹੀ ਨਿਕਲ ਕੇ ਆਇਆ। ਚਾਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬੁੱਲੇ ਸ਼ਾਹ, ਫਿਰ ਪਾਸ਼ ਤੱਕ, ਜਿੰਨੀਆਂ ਵੀ ਇਹ ਮੈਂ ਵੱਡੇ ਸਾਹਿਤਕਾਰਾਂ ਦੇ ਨਾਂ ਲਏ ਨੇ, ਇਹ ਆਪਣੇ ਵੇਲੇ ਦੇ ਅੰਦੋਲਨਾਂ ਦੀ ਪ੍ਰੋਡਕਟ ਨੇ। ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਕਰਦੇ ਹਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਇੱਕ ਵੱਡੀ ਮੂਵਮੈਂਟ ਅੰਦੋਲਨ ਚੱਲਦਾ ਸੀਗਾ, ਜਿਹਨੂੰ ਭਗਤੀ ਅੰਦੋਲਨ ਕਿਹਾ ਗਿਆ, ਔਰ ਇਹ ਹਿੰਦੁਸਤਾਨ ਦੇ ਵਿੱਚ ਵਾਹਿਦ ਇੱਕ ਪੰਜਾਬ ਐਸਾ ਖਿੱਤਾ ਸੀਗਾ ਜਿਹਦੇ ਵਿੱਚ ਅੰਦੋਲਨ ਨੇ ਇੱਕ ਕ੍ਰਾਂਤੀਕਾਰੀ ਲਹਿਰ ਦਾ ਰੂਪ ਸਾਹਮਣੇ ਆਈ, ਔਰ ਉਹ ਸੀਗੀ ਸਿੱਖ ਇਨਕਲਾਬ। ਸਿੱਖ ਇਨਕਲਾਬ ਦਾ ਮਤਲਬ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ, ਔਰ ਉਹਨਾਂ ਨੇ ਖਾਲਸਾ ਸਾਜਨ ਤੱਕ, ਇਹ ਸਾਰਾ ਜਿੰਨਾ ਵੀ ਤੁਸੀਂ ਲਿਟਰੇਚਰ ਪੜ੍ਹੋਗੇ, ਸਾਹਿਤ ਪੜ੍ਹੋਗੇ, ਇਹ ਉਸ ਅੰਦੋਲਨ ਦੇ ਵਿੱਚੋਂ ਇੱਕ ਕ੍ਰਾਂਤੀਕਾਰੀ ਜਿਹੜਾ ਰੂਪ ਲਿਆ, ਉਹ ਪੰਜਾਬ ਦੇ ਇਸ ਖਿੱਤੇ ਨੇ ਲਿਆ। ਅੱਜ ਦਾ ਜਿਹੜਾ ਤੁਸੀਂ ਕਿਸਾਨੀ ਅੰਦੋਲਨ ਆਪਾਂ ਗੱਲ ਕਰ ਰਹੇ ਹਾਂ, ਉਹ ਵੀ ਇਸੇ ਤਰ੍ਹਾਂ ਸਾਨੂੰ ਸਮਝਣ ਦੀ ਲੋੜ ਹੈ ਕਿ ਪੰਜਾਬ ਨੇ ਹਮੇਸ਼ਾ ਹੀ ਅੰਦੋਲਨਾਂ ਦੇ ਵਿੱਚ ਲੀਡ ਕੀਤਾ ਹੈ ਔਰ ਅੰਦੋਲਨਾਂ ਨੂੰ ਕ੍ਰਾਂਤੀਕਾਰੀ ਰੂਪ ਦਿੱਤਾ ਹੈ। ਔਰ ਇਹਦੇ ਵਿੱਚੋਂ ਹੀ ਤੁਸੀਂ ਆਪਾਂ ਨਕਸਲਾਈਟ ਮੂਵਮੈਂਟ ਦੀ ਗੱਲ ਕਰ ਲਓ, ਉਹਦੇ ਵਿੱਚੋਂ ਪਾਸ਼ ਵਰਗੇ, ਲਾਲ ਸਿੰਘ ਦਿਲ ਵਰਗੇ, ਸੰਤ ਰਾਮ ਉਦਾਸੀ ਵਰਗੇ ਜਿਹੜੇ ਨੇ ਕਵੀ ਪੈਦਾ ਹੋਏ। ਇਸੇ ਤਰ੍ਹਾਂ ਕੋਈ ਵੀ ਮੂਵਮੈਂਟ ਹਿੰਦੁਸਤਾਨ ਦੀ ਲੈ ਲਓ, ਚਾਹੇ ਉਹ ਪ੍ਰਗਤੀਸ਼ੀਲ ਲੇਖਕ ਸੰਘ ਹੋਵੇ ਜਾਂ ਹੋਰ ਹੋਣ, ਉਹਨਾਂ ਨੇ ਹਮੇਸ਼ਾ ਹੀ ਲੀਡ ਲਈ ਹੈ। ਔਰ ਇਸ ਕਿਸਾਨੀ ਅੰਦੋਲਨ ਦੇ ਵਿੱਚ ਵੀ ਸਾਡੇ ਸਾਹਿਤਕਾਰ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ, ਔਰ ਪੰਜਾਬੀ ਸਾਹਿਤ ਜਿਹੜਾ ਹੈਗਾ ਉਹ ਇਸ ਮੂਵਮੈਂਟ ਦੇ ਨਾਲ ਸੰਬੰਧਿਤ ਜਿਹੜਾ ਹੈਗਾ ਲਿਖਿਆ ਜਾ ਰਿਹਾ ਹੈ। ਕਵਿਤਾ ਲਿਖੀ ਜਾ ਰਹੀ ਹੈ, ਨਾਵਲ ਲਿਖੇ ਜਾ ਰਹੇ ਨੇ, ਡਾਇਰੀਆਂ ਲਿਖੀਆਂ ਜਾ ਰਹੀਆਂ ਨੇ, ਹੋਰ ਬਹੁਤ ਸਾਰੀਆਂ ਜਿਹੜੀਆਂ ਸਿਨਫਾਂ ਨੇ ਸਾਹਿਤ ਦੀਆਂ, ਉਹਦੇ ਵਿੱਚ ਕਿਸਾਨੀ ਅੰਦੋਲਨ ਦਾ ਪ੍ਰਭਾਵ ਤੁਸੀਂ ਦੇਖ ਸਕਦੇ ਹੋ। ਅੱਛਾ, ਇੱਕ ਤੁਸੀਂ ਥੋੜ੍ਹਾ ਜਿਹਾ ਪਿੱਠ ਭੂਮੀ ਦੇ ਵਿੱਚ ਜਦੋਂ ਜਾਂਦੇ ਆ ਕਿ ਪੰਜਾਬ ਦੇ ਵਿੱਚ ਅੰਦੋਲਨਾਂ ਦੀ ਨੀਂਹ ਕਿੱਦਾਂ ਧਰੀ ਜਾਂਦੀ ਹੈ, ਚਾਹੇ ਉਹ ਅਸੀਂ
ਧਾਰਮਿਕ ਸਾਹਿਤ ਦੀ ਗੱਲ ਕਰ ਲਈਏ, ਇੱਕ ਤਰੀਕੇ ਨਾਲ ਧਾਰਮਿਕ ਚੇਤਨਾ ਦੀ ਗੱਲ ਕਰ ਲਈਏ, ਉਸ ਨਜ਼ਰੀਏ ਨਾਲ ਦੇਖੀਏ। ਇੱਕ ਹੋਰ ਨੁਕਤਾ ਹੈ ਕਿ ਇੱਕ ਅੰਦੋਲਨ ਉਹਦੇ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਦੇ ਵਿੱਚ ਵੀ ਲੜਿਆ ਜਾਂਦਾ, ਜਦੋਂ ਬੇਜ਼ਮੀਨਾਂ ਨੂੰ ਜ਼ਮੀਨਾਂ ਮਿਲਦੀਆਂ ਨੇ, ਉਹਨਾਂ ਨੂੰ ਆਪਣੇ ਹੱਕ ਮਿਲਦੇ, ਜਿੱਥੇ ਉਹ ਸਿਰਫ ਮੁਜ਼ਾਹਰੇ ਬਣੇ ਹੋਏ ਸੀਗੇ ਉੱਥੇ ਉਹਨਾਂ ਨੂੰ ਪੱਟੇ ਮਿਲ ਜਾਂਦੇ, ਮਲਕੀਅਤ ਜਿਹੜੀ ਉਹ ਮਿਲ ਜਾਂਦੀ। ਉਹਦੇ ਤੋਂ ਬਾਅਦ ਆਪਾਂ ਜੇ ਗੱਲ ਕਰ ਲਈਏ ਤੇ ਜਦੋਂ ਪਗੜੀ ਸੰਭਾਲ ਜੱਟਾ ਲਹਿਰ ਚੱਲਦੀ ਹੈ ਤੇ ਉਹ ਵੀ ਕਿਸਾਨੀ ਨਾਲ ਸੰਬੰਧਿਤ ਅੰਦੋਲਨ ਸੀਗਾ, ਉਹ ਪਿੱਠ ਭੂਮੀ ਦੇ ਵਿੱਚ ਸਾਰੀਆਂ ਚੀਜ਼ਾਂ ਬਣੀਆਂ ਹੋਈਆਂ ਨੇ। ਪਰ ਇਸ ਸਮੇਂ ਜਦੋਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰਦੇ ਹਾਂ ਤੇ ਉਦੋਂ ਵੀ ਦੌਰ ਕੁਝ ਹੋਰ ਸੀਗਾ, ਗੁਲਾਮੀ ਦਾ ਦੌਰ ਸੀ। ਜਦੋਂ ਅਸੀਂ ਪਗੜੀ ਸੰਭਾਲ ਜੱਟਾ ਲਹਿਰ ਦੀ ਗੱਲ ਕਰਦੇ ਹਾਂ ਉਦੋਂ ਵੀ ਗੁਲਾਮੀ ਦਾ ਦੌਰ ਸੀ। ਪਰ ਹੁਣ ਤਾਂ ਅਸੀਂ ਕਹਿੰਦੇ ਹਾਂ ਕਿ ਮੁਲਕ ਆਜ਼ਾਦ ਹੋ ਗਿਆ, ਹੁਣ ਤਾਂ ਲੋਕਤਾਂਤਰਿਕ ਕਦਰਾਂ ਕੀਮਤਾਂ ਦੀ ਦੁਹਾਈ ਪਾਈ ਜਾਂਦੀ ਆ, ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਿਹਾ ਜਾਂਦਾ। ਹੁਣ ਕਿਉਂ ਇਹ ਜ਼ਰੂਰਤ ਮਹਿਸੂਸ ਹੋਈ ਹੈ ਕਿ ਇਸ ਲੋਕਤੰਤਰੀ ਦੇਸ਼ ਦੇ ਵਿੱਚ ਚੁਣੀ ਹੋਈ ਸਰਕਾਰ ਦੇ ਵੱਲੋਂ ਬਣਾਏ ਗਏ ਕਾਨੂੰਨ ਜਿਹੜੇ ਆ ਉਹਨਾਂ ਦੇ ਖਿਲਾਫ ਵਿਦਰੋਹ ਹੁੰਦਾ, ਵੱਡਾ ਵਿਦਰੋਹ ਹੁੰਦਾ ਤੇ ਸਰਕਾਰ ਮੰਨਣ ਨੂੰ ਤਿਆਰ ਨਹੀਂ? ਜੀ, ਇੱਥੇ ਆਪਾਂ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਆਜ਼ਾਦੀ ਤੋਂ ਬਾਅਦ ਬਹੁਤ ਸਾਰੇ ਇਦਾਂ ਦੇ ਮੂਵਮੈਂਟ, ਇਦਾਂ ਦੇ ਅੰਦੋਲਨ ਪੈਦਾ ਹੋਏ ਨੇ ਜਿਸ ਕਿਸਮ ਦੇ ਅੰਦੋਲਨ ਚਾਹੇ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ ਸਾਮਰਾਜ ਖਿਲਾਫ ਲੜੇ ਗਏ ਔਰ ਉਸ ਤੋਂ ਬਾਅਦ ਲਗਾਤਾਰ ਜਦੋਂ ਦੇਸ਼ ਆਜ਼ਾਦ ਹੋਇਆ 47 ਦੇ ਵਿੱਚ, ਤਾਂ ਬਹੁਤ ਸਾਰੀਆਂ ਜਿਹੜੀਆਂ ਮੂਵਮੈਂਟ ਨੇ ਆਜ਼ਾਦੀ ਤੋਂ ਬਾਅਦ ਵੀ ਜਿਹੜੀਆਂ ਨੇ ਸੀਗੀਆਂ, ਉਹਦੇ ਵਿੱਚ ਮੈਂ ਨਕਸਲਾਈਟ ਮੂਵਮੈਂਟ ਦੀ ਗੱਲ ਕੀਤੀ ਹੈ, ਮੈਂ ਹੋਰ ਬਹੁਤ ਸਾਰੇ ਜਿਹੜੇ ਮੂਵਮੈਂਟਸ ਨੇ, ਆਪਾਂ ਖਾੜਕੂਵਾਦ ਦੀ ਪੰਜਾਬ ਦੇ ਵਿੱਚ ਗੱਲ ਕਰੀਏ ਜਾਂ ਇਸੇ ਤਰ੍ਹਾਂ ਦੇ ਬਹੁਤ ਸਾਰੇ ਅੰਦੋਲਨ ਜਿਹੜੇ ਸੀਗੇ ਪੂਰੇ ਹਿੰਦੁਸਤਾਨ ਦੇ ਵਿੱਚ ਚੱਲੇ ਔਰ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰਾ ਜਿਹੜਾ ਸੀਗਾ ਸਾਹਿਤ ਲਿਟਰੇਚਰ ਲਿਖਿਆ ਗਿਆ, ਬਹੁਤ ਵੱਡੇ ਵੱਡੇ ਰਾਈਟਰ ਵੀ ਪੈਦਾ ਹੋਏ। ਇਹਦਾ ਬੁਨਿਆਦੀ ਕਾਰਨ ਜਸਵੀਰ ਜੀ ਮੈਂ ਇਹ ਮੰਨਦਾ ਕਿ ਜਿਹੜੀ ਆਜ਼ਾਦੀ ਮਿਲੀ, ਉਹ ਆਜ਼ਾਦੀ ਇੱਕ ਜਿਹੜੀ ਪਾਵਰ ਦੀ ਟਰਾਂਸਫਰਮੇਸ਼ਨ ਸੀਗੀ, ਉਹ ਆਜ਼ਾਦੀ ਉਸ ਕਿਸਮ ਦੀ ਨਹੀਂ ਆਈ ਜਿਸ ਕਿਸਮ ਦੇ ਸੁਪਨੇ ਭਗਤ ਸਿੰਘ, ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ, ਸ਼ਹੀਦ ਕਰਤਾਰ ਸਿੰਘ ਸਰਾਭਾ ਨੇ, ਗਦਰੀ ਬਾਬਿਆਂ ਨੇ, ਜਾਂ ਇੱਥੋਂ ਤੱਕ ਕਿ ਮੈਨੂੰ ਲੱਗਦਾ ਹੁੰਦਾ ਹੈ ਕਿ ਕਾਂਗਰਸ, ਈਵਨ ਗਾਂਧੀ ਦੇ ਵੀ ਕੋਈ ਏਜੰਡਾ ਨਹੀਂ ਸੀਗਾ ਜੇ ਇਦਾਂ ਦਾ ਕਿ ਉਹਨਾਂ ਨੂੰ ਵੀ ਨਹੀਂ ਸੀ ਲੱਗਦਾ ਕਿ ਸ਼ਾਇਦ ਇਦਾਂ ਦੀ ਆਜ਼ਾਦੀ ਮਿਲੇਗੀ। ਸੋ ਗਾਂਧੀ ਦੇ ਵੀ ਸੁਪਨਿਆਂ ਦਾ ਹਿੰਦੁਸਤਾਨ ਅਸੀਂ ਨਹੀਂ ਬਣਾ ਸਕੇ। ਉਹ ਸੁਪਨਿਆਂ ਦਾ ਹਿੰਦੁਸਤਾਨ ਨਾ ਬਣਾਉਣਾ, ਉਹਦਾ ਨਤੀਜਾ ਇਹ ਹੈ ਕਿ ਲੋਕਾਂ ਦੇ ਵਿੱਚ ਫਰਸਟ੍ਰੇਸ਼ਨ ਨਿਕਲੀ ਔਰ 1990 ਤੋਂ ਬਾਅਦ ਖਾਸ ਤੌਰ ਤੇ ਜਿਹੜੀਆਂ ਕਾਂਗਰਸ ਦੀ ਸਰਕਾਰ ਵੇਲੇ ਜੋ ਨੀਤੀਆਂ ਚੱਲੀਆਂ, ਗਲੋਬਲਾਈਜੇਸ਼ਨ ਜਿਹਨੂੰ ਕਿਹਾ ਗਿਆ, ਉਹਨਾਂ ਨੀਤੀਆਂ ਤੋਂ ਬਾਅਦ ਬਹੁਤ ਸਾਰੀਆਂ ਸੰਭਾਵਨਾਵਾਂ ਬਣ ਰਹੀਆਂ ਸੀਗੀਆਂ ਕਿ ਵੱਖ-ਵੱਖ ਸਟੇਟਾਂ ਦੇ ਵਿੱਚ ਕੋਈ ਮੂਵਮੈਂਟ ਫੁੱਟਦੀਆਂ ਸੀਗੀਆਂ। ਕਿਸਾਨ ਕਦੇ ਬੋਲਦੇ ਸੀਗੇ, ਕਦੇ ਮਜ਼ਦੂਰ ਬੋਲਦੇ ਸੀਗੇ, ਕਦੇ ਹੋਰ ਲੋਕ ਜਿਹੜੇ ਸੀਗੇ ਇਹਨਾਂ ਦੇ ਖਿਲਾਫ ਆਵਾਜ਼ ਉਠਾਉਂਦੇ ਸੀਗੇ, ਪਰ ਕੋਈ ਮੂਵਮੈਂਟ ਨਹੀਂ ਸੀ ਬਣ ਰਹੀ। ਔਰ ਹੁਣ ਇੱਕ ਮੌਕਾ ਮਿਲਿਆ ਹੈ, ਪੰਜਾਬ ਨੇ ਉਹਦੇ ਵਿੱਚ ਲੀਡ ਕੀਤਾ ਹੈ ਔਰ ਆਪਣੀ ਜਿਹੜੀ ਜਿਵੇਂ ਤੁਸੀਂ ਇਸ਼ਾਰਾ ਕੀਤਾ ਹੈ, ਜਿਹੜੀ ਸਾਡੀ ਬੀਜੇਪੀ ਦੀ ਗਵਰਨਮੈਂਟ ਹੈ, ਜਿਹੜੀ ਇਹਦਾ ਅੜੀਅਲ ਰਵੱਈਆ ਅਸੀਂ ਲਗਾਤਾਰ ਦੇਖ ਰਹੇ ਹਾਂ ਔਰ ਲਗਾਤਾਰ ਲਗਭਗ 45 ਕਾਨੂੰਨ ਜਿਹਨੇ ਰਾਤੋਂ ਰਾਤ ਕਰੋਨਾ ਦੇ ਡਰ ਦੇ ਵਿੱਚ ਜਿਹੜੇ ਨੇ ਉਹਨਾਂ ਦਿਨਾਂ ਦੇ ਵਿੱਚ ਪਾਸ ਕੀਤੇ ਔਰ ਉਹਨਾਂ ਦੇ ਵਿੱਚੋਂ ਸਿਰਫ ਜਿਹੜੀ ਪੰਜਾਬ ਦੀ ਕਿਸਾਨੀ ਅੱਗੇ ਆਈ ਹੈ ਔਰ ਪੰਜਾਬ ਦੀ ਕਿਸਾਨੀ ਪਹਿਲਾਂ ਵਾਂਗ ਹੀ, ਜਿਵੇਂ ਮੈਂ ਇਤਿਹਾਸ ਦੀ ਗੱਲ ਕੀਤੀ ਹੈ, ਉਹ ਲੀਡ ਕਰ ਰਹੀ ਹੈ ਔਰ ਇਹਦੇ ਵਿੱਚੋਂ ਜਿਹੜਾ ਪੰਜਾਬ ਦੇ ਬਹੁਤ ਸਾਰੇ ਸਾਹਿਤਕਾਰ, ਨਵੇਂ ਸਾਹਿਤਕਾਰ ਵੀ ਪੈਦਾ ਹੋਣਗੇ ਔਰ ਪੁਰਾਣੇ ਸਾਹਿਤਕਾਰ ਵੀ ਇਸ ਮੂਵਮੈਂਟ ਨਾਲ ਜੁੜ ਰਹੇ ਨੇ ਔਰ ਨਵਾਂ ਲਿਟਰੇਚਰ ਸਾਹਮਣੇ ਆ ਰਿਹਾ। ਇਸ ਲਈ ਸਾਨੂੰ ਬਹੁਤ ਇਹਦੀ ਖੁਸ਼ਾਮਦੀਦ ਕਹਿਣੀ ਚਾਹੀਦੀ ਹੈ। ਇੱਕ ਨਵਾਂ ਲਿਟਰੇਚਰ ਆ ਰਿਹਾ, ਇੱਕ ਇਸ ਲਿਟਰੇਚਰ ਦੇ ਵਿੱਚ ਇੱਕ ਹੋਰ ਚੀਜ਼ ਆ ਕਿ ਕੁਝ ਛੋਟੀਆਂ ਚੀਜ਼ਾਂ, ਨਾਰੇ ਘੜੇ ਜਾ ਰਹੇ ਆ। ਮੇਰਾ ਖਿਆਲ ਹੈ ਜਦੋਂ ਅੰਦੋਲਨਾਂ ਦੇ ਨਾਰੇ ਅਸੀਂ ਦੇਖਦੇ ਹਾਂ ਤੇ ਉਹ ਵੀ ਇੱਕ ਤਰੀਕੇ ਦਾ, ਆਪਣੇ ਤਰੀਕੇ ਦਾ ਇੱਕ ਸਾਹਿਤ ਹੈਗਾ, ਉਹਨੂੰ ਵੱਖਰੇ ਤੌਰ ਤੇ ਉਹਨਾਂ ਨੂੰ ਘੋਖਿਆ ਵਾਚਿਆ ਵਿਚਾਰਿਆ ਜਾ ਸਕਦਾ ਹੈ ਇਸ ਚੀਜ਼ ਨੂੰ। ਪਰ ਇੱਕ ਹੋਰ ਨੁਕਤਾ ਆ, ਜਦੋਂ ਮੈਂ ਤੁਹਾਡੀ ਕਿਤਾਬ ਦੇ ਸੰਦਰਭ ਦੇ ਵਿੱਚ ਥੋੜਾ ਜਿਹਾ ਦੇਖਦਾ, ਸੱਤਾ ਸਾਹਿਤ ਤੇ ਸੰਘਰਸ਼ ਜਿਹੜੀ ਤੁਹਾਡੀ ਕਿਤਾਬ ਹੈ, ਤੇ ਫਿਰ ਇਸ ਵੇਲੇ ਦੀ ਸੱਤਾ ਨੂੰ ਭੀਮੇਂਦਰ ਸਿੰਘ ਹੋਰੀ ਕਿਵੇਂ ਦੇਖਦੇ ਨੇ ਕਿ ਇਸ ਵੇਲੇ ਜਿਹੜੀ ਸੱਤਾ ਆ ਉਹ ਕਿਉਂ ਨਹੀਂ ਮੰਨ ਰਹੀ, ਕਿਉਂ ਅੜਬ ਰਵੱਈਏ ਤੇ ਟਿੱਕੀ ਹੋਈ ਆ, ਕਿਉਂ ਇਹ ਵਾਰ-ਵਾਰ ਗੱਲ ਨਿਕਲ ਕੇ ਆ ਰਹੀ ਹੈ ਕਿ ਇਹ ਲੋਕਤੰਤਰੀ ਸਰਕਾਰ ਨਹੀਂ, ਇਹ ਤਾਨਾਸ਼ਾਹ ਸਰਕਾਰ ਜਿਹੜੀ ਉਹ ਬਣਦੀ ਜਾ ਰਹੀ ਆ? ਕਾਰਨ ਕੀ ਦੇਖਦੇ ਹੋ ਇਹਦੇ ਪਿੱਛੇ? ਕੀ ਉਹ ਜਿਹੜਾ ਇੰਡੀਵਿਜੂਅਲ ਤੌਰ ਤੇ ਸੁਭਾਅ ਉਹ ਬੋਲਦਾ ਪਿਆ ਉਸ ਸਰਕਾਰ ਦੇ ਵਿੱਚੋਂ, ਜਾਂ ਇਸ ਸਰਕਾਰ ਦੇ ਪਿੱਛੇ ਵਿਚਾਰਧਾਰਾ ਬੋਲਦੀ ਪਈ ਹੈ, ਜਾਂ ਕੁਝ ਹੋ ਰਿਹਾ? ਇਹਦੇ ਪਿੱਛੇ 3 ਕਾਰਨ ਮੈਨੂੰ ਮੁੱਖ ਲੱਗਦੇ ਆ। ਉਹ 3 ਕਾਰਨ ਨੇ। ਪਹਿਲਾ ਹੈ ਕਿ RSS ਦੀ ਵਿਚਾਰਧਾਰਾ ਤੇ ਜਿਵੇਂ ਤੁਸੀਂ ਗੱਲ ਕੀਤੀ ਹੈ, ਕਿਉਂਕਿ RSS ਦੀ ਇਹ ਵਿਚਾਰਧਾਰਾ ਸਿਰਫ ਨਹੀਂ ਹੈ, ਕਿਉਂਕਿ ਉਹਦਾ ਜਿਹੜਾ ਆਰਗੇਨਾਈਜੇਸ਼ਨ ਦਾ ਢਾਂਚਾ ਹੈ, ਉਹਦੀਆਂ ਲਗਭਗ 45 ਸ਼ਾਖਾਵਾਂ ਜਾਂ 50 ਦੇ ਕਰੀਬ ਜਿਹੜੀਆਂ ਵੱਡੀਆਂ ਸ਼ਾਖਾਵਾਂ ਨੇ, ਜਿਹਦੇ ਵਿੱਚ ਕਿਸਾਨਾਂ ਦੀ, ਜਿਹਦੇ ਵਿੱਚ ਨੌਜਵਾਨਾਂ ਦਾ, ਜਿਹਦੇ ਵਿੱਚ ਵਿਦਿਆਰਥੀਆਂ ਦੇ ਵੱਖ-ਵੱਖ ਸੰਘ ਨੇ ਔਰ ਉਹ ਲਗਭਗ ਹਿੰਦੁਸਤਾਨ ਦੇ ਹਰ ਖਿੱਤੇ ਦੇ ਵਿੱਚ ਉਹਨਾਂ ਦੀਆਂ ਜੜ੍ਹਾਂ ਮਜ਼ਬੂਤ ਨੇ ਔਰ ਉਹ ਇਹ ਕਹਿੰਦੇ ਨੇ ਆਪਣੇ ਆਪ ਨੂੰ ਕਿ ਅਸੀਂ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਇਸ ਵੇਲੇ ਪੋਲੀਟੀਕਲ ਪਾਰਟੀ ਆ BJP,
ਜਿਹੜੀ ਹੈਗੀ ਪੋਲੀਟੀਕਲ ਵਿੰਗ ਉਹਨਾਂ ਦਾ ਹੈ। ਸੋ ਇਸ ਤਰ੍ਹਾਂ ਇੱਕ ਤਾਂ ਵੱਡਾ ਕਾਰਨ ਹੈ ਕਿ ਉਹਨਾਂ ਦੀ ਵਿਚਾਰਧਾਰਾ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਸਾਰੇ ਹਿੰਦੁਸਤਾਨ ਦੇ ਵਿੱਚ, ਜਿਵੇਂ ਹਿਟਲਰ ਨੇ ਕਿਸੇ ਵੇਲੇ ਕਬਜ਼ਾ ਕੀਤਾ ਸੀ ਜਰਮਨ ਦੇ ਉੱਤੇ, ਕਿ ਤੁਸੀਂ ਹਿੰਦੁਸਤਾਨ ਦੇ ਉੱਤੇ ਕਬਜ਼ਾ ਕਰੋ ਤੇ ਅਸੀਂ ਤੁਹਾਡੇ ਨਾਲ ਆ। ਦੂਸਰਾ ਹੈ ਕਿ ਮੈਂ ਇੱਥੇ ਥੋੜਾ ਜਿਹਾ ਰੋਕਣਾ ਚਾਹੁੰਦਾ, ਆਰਐਸਐਸ ਦੀ ਗੱਲ ਕੀਤੀ ਤੁਸੀਂ, ਕਹਿੰਦੇ ਕਿ ਉਹ ਹਿਟਲਰ ਵਾਲੀ ਵਿਚਾਰਧਾਰਾ ਜਿਹੜੀ ਆ ਉਹ ਸਾਰੇ ਤੇ ਕਬਜ਼ਾ ਕਰ ਲੈਣਾ ਆ, ਔਰ ਆਰਐਸਐਸ ਕਹਿੰਦੀ ਤਾਂ ਅਸੀਂ ਸਵੈ ਸੇਵਕ ਸੰਘ ਆ, ਉਹਦੇ ਵਿੱਚ ਵੀ ਸੇਵਕ ਸ਼ਬਦ ਆਉਂਦਾ। ਉਹ ਕਹਿੰਦੇ ਅਸੀਂ ਸੇਵਕ ਆ, ਅਸੀਂ ਭਲਾ ਕਰਦੇ ਆ ਮੁਲਕ ਦਾ। ਤੇ ਫਿਰ ਹਿਟਲਰ ਕਿੰਨਾ ਕੁ ਭਲਾ ਕਰਦਾ ਸੀਗਾ ਇਹ ਵੀ ਅਸੀਂ ਜਾਣਦੇ ਆ। ਤੇ ਇਹਦੇ ਵਿੱਚੋਂ ਭਲੇ ਵਾਲੀ ਕਿਹੜੀ ਗੱਲ ਨਿਕਲ ਕੇ ਆਉਂਦੀ ਹੈ, ਇਹਦੀ ਵੀ ਥੋੜਾ ਜਿਹਾ ਵਿਆਖਿਆ ਕਰ ਦਿਓ। ਇਹਦੇ ਵਿੱਚ ਮੈਂ ਇਹੀ ਕਹਿਣਾ ਚਾਹਣਾ ਕਿ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਤੁਸੀਂ ਦੇਖੋ ਵੀ ਜਿਹੜੇ ਕਾਨੂੰਨ 3 ਪਾਸ ਕੀਤੇ ਨੇ, ਉਹ ਇਹ ਕੀ, ਉਹ ਉਹਨਾਂ ਦੀ ਵਰਡਿੰਗ ਕੀ ਆ, ਉਹਨਾਂ ਦੀ ਭਾਸ਼ਾ ਦੀ ਵੀ ਆਪਣੀ ਇੱਕ ਸਿਆਸਤ ਹੁੰਦੀ ਹੈ। ਉਹ ਭਾਸ਼ਾ ਉਹਨਾਂ ਦੇ ਇਹ ਵਰਤੀ ਹੈ ਕਿ ਅਸੀਂ ਖੇਤੀਬਾੜੀ ਨੂੰ ਬਦਲਣਾ ਚਾਹੁੰਦੇ ਹਾਂ, ਔਰ ਕਿਉਂਕਿ ਜਿਹੜਾ ਕਿਸਾਨ ਹੈ ਪਿਛਲੇ ਲੰਬੇ ਸਮੇਂ ਤੋਂ ਖੁਦਕੁਸ਼ੀਆਂ ਕਰ ਰਿਹਾ ਸੀਗਾ, ਇਸ ਲਈ ਅਸੀਂ ਕਿਸਾਨਾਂ ਦੇ ਭਲੇ ਦੇ ਲਈ ਇਹ ਕਾਨੂੰਨ ਬਣਾਏ ਨੇ। ਉਹਨਾਂ ਦੇ ਨਾਮ ਵੀ, ਉਹਨਾਂ ਨੇ ਕਾਨੂੰਨਾਂ ਦੇ ਨਾਮ ਵੀ ਇਹ ਲਿਖਿਆ ਕਿ ਕਿਸਾਨੀ ਦੇ ਭਲੇ ਵਾਸਤੇ ਜਿਹੜੇ ਨੇ, ਕਿਸਾਨੀ ਦੀ ਤਬਦੀਲੀ ਵਾਸਤੇ ਜਿਹੜੇ ਨੇ ਇਹ ਅਸੀਂ ਕਾਨੂੰਨ ਬਣਾ ਰਹੇ ਨੇ। ਔਰ ਲਗਾਤਾਰ ਬੀਜੇਪੀ ਤਾਂ ਕਹਿੰਦੀ ਆ ਰਹੀ ਹੈ ਕਿ 1922 ਦੇ ਵਿੱਚ ਅਸੀਂ ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹ ਦੁੱਗਣੀ ਕਰ ਦਿਆਂਗੇ। ਸੋ ਇਹ ਦੁੱਗਣੀ ਕਰਨ ਦੇ ਔਰ ਕਿਸਾਨਾਂ ਦੇ ਇਸ ਤਰ੍ਹਾਂ ਦੀ ਜਿਹੜੀ ਭਾਸ਼ਾ ਵਰਤੀ ਗਈ ਹੈ, ਉਹਦੇ ਵਿੱਚ ਤੁਸੀਂ ਦੇਖੋਗੇ ਕਿ ਉਹਦੇ ਪਿੱਛੇ ਜਿਹੜਾ ਆਰਐਸਐਸ ਦਾ ਏਜੰਡਾ, ਜਿਹੜਾ ਮੈਂ ਬਾਰ-ਬਾਰ ਕਹਿ ਰਿਹਾ, ਉਹ ਹੈ ਕਿ ਇੱਕ ਭਾਸ਼ਾ, ਇੱਕ ਰਾਸ਼ਟਰ, ਇੱਕ ਹੀ ਮੰਡੀ ਹੋਵੇ। ਮੰਡੀ ਨੂੰ ਵੀ ਉਹ ਕਹਿੰਦੇ ਵੀ ਇੱਕ ਕੈਪਚਰ ਕਰੋ ਤਾਂ ਕਿ ਇੱਕੋ ਹੀ ਮੰਡੀ ਹੋਵੇ। ਇੱਕੋ ਮੰਡੀ ਦਾ ਮਤਲਬ ਹੈ ਕਿ ਕਾਰਪੋਰੇਟਾਂ ਦੀ ਅਡਾਨੀ ਅਬਾਨੀ ਜਿਹੜਾ ਹੈਗਾ ਉਹਦੇ ਕਰਤਾ ਧਰਤਾ ਹੋਣ, ਤੇ ਬਾਕੀ ਜਿਹੜੇ ਨੇ ਲੋਕ ਉਹ ਮੁਜ਼ਾਹਰੇ ਦੇ ਤੌਰ ਤੇ ਆਪਣੇ ਜਿਹੜੇ ਨੇ ਖੇਤਾਂ ਦੇ ਵਿੱਚ ਉਹ ਜਾਣ ਤੇ ਮਜ਼ਦੂਰ ਬਣ ਜਾਣ। ਇਹਦੇ ਵਿੱਚ ਉਹਨਾਂ ਨੂੰ ਕੀ ਲਾਭ ਆ, ਉਹਨਾਂ ਨੂੰ ਕੀ ਫਾਇਦਾ ਹੋਏਗਾ? ਕਿਉਂਕਿ ਗੱਲ ਤਾਂ ਫਾਇਦੇ ਦੀ ਹੁੰਦੀ ਹਰ ਜਗ੍ਹਾ ਤੇ ਆਣ ਕੇ। ਜੇ ਉਹ ਵਿਚਾਰਧਾਰਾ ਕਹਿੰਦੀ ਹੈ ਕਿ ਸਾਰਾ ਕੁਝ ਇੱਕ ਬੰਦੇ ਦੇ ਹੱਥ ਦੇ ਵਿੱਚ ਆ ਜਾਵੇ, ਉਹ ਵਿਚਾਰਧਾਰਾ ਕਹਿੰਦੀ ਕਿ ਕਾਰਪੋਰੇਟ ਘਰਾਣੇ ਬਹੁਤ ਉੱਪਰ ਚੱਲ ਜਾਣ, ਉਹਨਾਂ ਨੂੰ ਸਾਰੀਆਂ ਕਮਾਈਆਂ ਹੋਣ, ਲੋਕਾਂ ਦੀ ਭਲਾਈ ਲਈ ਜਿਹੜੇ ਕੰਮ ਕੀਤੇ ਜਾ ਰਹੇ ਨੇ, ਜਿਹੜੇ ਅਦਾਰੇ ਰੱਖੇ ਗਏ ਸਰਕਾਰਾਂ ਦੇ ਵੱਲੋਂ ਹੁਣ ਤੱਕ, ਉਹ ਖਤਮ ਕਰ ਦਿੱਤੇ ਜਾਣ। ਆਰਐਸਐਸ ਦਾ, ਉਹਦੀ ਵਿਚਾਰਧਾਰਾ ਦਾ, ਜਾਂ ਇਸ ਵੇਲੇ ਸੱਤਾ ਦੇ ਵਿੱਚ ਬੈਠੀ ਹੋਈ ਧਿਰ ਦਾ ਕੀ ਫਾਇਦਾ? ਬਹੁਤ ਵੱਡਾ ਫਾਇਦਾ ਹੈ ਜੀ। ਦੇਖੋ, ਜੇ ਤੁਸੀਂ ਪਿਛਲੀਆਂ 6 ਸਾਲ ਦਾ ਇਤਿਹਾਸ ਦੇਖੋਗੇ, ਜਿਹਦੇ ਵਿੱਚ ਉਹਨਾਂ ਨੇ ਜਹਾਜ਼ ਜਿਹੜੇ ਸੀਗੇ, ਚਾਹੇ ਉਹ ਜਹਾਜ਼ਾਂ ਨਾਲ ਸੰਬੰਧਿਤ ਹੋਣ, ਚਾਹੇ ਰੇਲ ਗੱਡੀਆਂ ਹੋਣ ਸਾਡੀਆਂ, ਜਾਂ ਹੋਰ ਜਿਹੜੀਆਂ ਸਰਕਾਰੀ ਮਸ਼ੀਨਰੀ ਸੀ, ਲਗਭਗ ਉਹ ਸਾਰੀ ਵੇਚ ਦਿੱਤੀ ਹੈ। ਕੌਡੀਆਂ ਦੇ ਭਾਅ ਵੇਚੀ ਗਈ ਹੈ ਔਰ ਕਾਰਪੋਰੇਟਸ ਨੂੰ ਵੇਚੀ ਗਈ ਹੈ। ਮੈਂ ਕਾਰਪੋਰੇਟਸ ਬਾਰੇ ਇਸ ਲਈ ਥੋੜ੍ਹਾ ਦੱਸਣਾ ਚਾਹੁੰਦਾ ਕਿ ਅਡਾਨੀ ਅਬਾਨੀਆਂ ਦਾ ਮੈਂ ਨਾਂ ਲਿਆ, ਜਿੰਨਾ ਵੀ ਫੰਡਿੰਗ ਹੁੰਦੀ ਹੈ ਬੀਜੇਪੀ ਨੂੰ, ਉਹਦੇ ਵਿੱਚ ਵੱਡਾ ਹਿੱਸਾ ਅਡਾਨੀਆਂ ਤੇ ਅਬਾਨੀਆਂ ਦਾ ਲੱਗਦਾ ਹੈ। ਔਰ ਜੇ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਬੜੀ ਵੱਡੀ ਇਹ ਗੱਲ ਉੱਡੀ ਕਿ ਜਿਹੜਾ ਜਹਾਜ਼ ਪੇਸ਼ ਕੀਤਾ ਗਿਆ ਹੈ ਮੋਦੀ ਸਾਹਿਬ ਦੇ ਲਈ, ਉਹ ਅਡਾਨੀ ਸਾਹਿਬ ਦਾ ਹੈ। ਸੋ ਤੁਸੀਂ ਇੱਥੋਂ ਦੇਖੋਗੇ ਕਿ ਜਿੰਨਾ ਵੀ ਪੈਸਾ, ਚਾਹੇ ਉਹ ਇਲੈਕਸ਼ਨਾਂ ਤੇ ਲੱਗੇ ਜਾਂ ਹੋਰ ਜਿਹੜੀਆਂ ਕਾਰਵਾਈਆਂ ਨੂੰ ਚਲਾਉਣ ਦੇ ਲਈ ਲੱਗੇ ਦੇਸ਼ ਦੀਆਂ ਨੂੰ, ਉਹ ਸਾਰਾ ਦਾ ਤੇ ਸਾਰਾ ਪੈਸਾ ਕਿੱਥੋਂ ਆ ਰਿਹਾ? ਉਹ ਅਡਾਨੀਆਂ ਅਬਾਨੀਆਂ ਤੋਂ ਆ ਰਿਹਾ। ਪਰ ਸਵਾਲ ਤਾਂ ਡਾਕਟਰ ਸਾਹਿਬ ਇੱਥੇ ਇਹ ਵੀ ਉੱਠਦਾ ਹੈ ਨਾ ਕਿ ਜਦੋਂ ਤੁਸੀਂ ਕਹਿੰਦੇ ਕਿ ਉਹਨਾਂ ਦਾ ਕਰਕੇ ਸਾਰਾ ਕੁਝ ਹੋ ਰਿਹਾ, ਇਹੀ ਪਾਰਟੀ ਹੈ ਜਿਹੜੀ ਇਸ ਵੇਲੇ ਕਹਿੰਦੀ ਹੈ ਕਿ ਅਸੀਂ ਸਭ ਤੋਂ ਵੱਡੇ ਦੇਸ਼ ਭਗਤ ਹਾਂ। ਇਹੀ ਪਾਰਟੀ ਕਹਿੰਦੀ ਹੈ ਕਿ ਜੇ ਤੁਸੀਂ ਸਰਕਾਰ ਦੇ ਖਿਲਾਫ ਵੀ ਬੋਲਦੇ ਆ ਤਾਂ ਵੀ ਤੁਸੀਂ ਦੇਸ਼ ਦੇ ਖਿਲਾਫ ਜਿਹੜੇ ਉਹ ਬੋਲਦੇ ਨਜ਼ਰ ਆ ਰਹੇ। ਤੇ ਦੇਸ਼ ਦਾ ਹੀ ਸਾਰਾ ਕੁਝ ਜਿਹੜਾ ਆ ਉਹ ਇੱਕ ਤਰੀਕੇ ਨਾਲ ਇਕੱਠਾ ਕਰਕੇ ਤੇ ਕੁਝ ਲੋਕਾਂ ਦੀ ਝੋਲੀ ਦੇ ਵਿੱਚ ਪਾਇਆ ਜਾ ਰਿਹਾ। ਤੇ ਫਿਰ ਇਹ ਮੰਨ ਕੇ ਚੱਲਿਆ ਜਾਵੇ ਕਿ ਆਪਣੇ ਕੁਝ ਹਿੱਤਾਂ ਦੇ ਲਈ, ਆਪਣੀ ਸਿਰਫ ਸੱਤਾ ਦੇ ਲਈ, ਆਪਣੀ ਪਾਰਟੀ ਦੀ ਆਰਥਿਕ ਸਥਿਤੀ ਮਜ਼ਬੂਤ ਰੱਖਣ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ। ਤੇ ਫਿਰ ਦੇਸ਼ ਭਗਤ ਹੋਣ ਦਾ, ਦੇਸ਼ ਦੇ ਹਿੱਤ ਦੇ ਵਿੱਚ ਕੰਮ ਕਰਨ ਦਾ, ਜਾਂ ਜਿਹੜਾ ਇਹ ਪਰਸੈਪਸ਼ਨ ਬਣਾਈ ਜਾ ਰਹੀ ਹੈ ਕਿ 2014 ਤੋਂ ਬਾਅਦ ਹੀ ਸਾਰਾ ਕੁਝ ਹੋਇਆ, ਪਹਿਲਾਂ ਤਾਂ 70 ਸਾਲ ਕੁਝ ਹੋਇਆ ਹੀ ਨਹੀਂ ਆ, ਉਹ ਸਾਰੀਆਂ ਚੀਜ਼ਾਂ ਸਿਰਫ ਤੇ ਸਿਰਫ ਉਹ ਇੱਕੋ ਹੀ ਚੀਜ਼ ਸੱਤਾ 'ਚ ਬਣੇ ਰਹਿਣ ਲਈ ਤੇ ਆਰਥਿਕ ਤੌਰ ਤੇ ਮਜ਼ਬੂਤ ਬਣੇ ਰਹਿਣ ਲਈ ਕੀਤਾ ਜਾ ਰਿਹਾ। ਬਿਲਕੁਲ, ਦੇਖੋਗੇ, ਤੁਸੀਂ ਦੇਖੋਗੇ ਪਿਛਲੇ 6 ਸਾਲਾਂ ਤੋਂ ਲਗਾਤਾਰ ਮੋਦੀ ਸਾਹਿਬ ਇਹੀ ਕਹਿੰਦੇ ਆ ਰਹੇ ਨੇ, ਜਾਂ ਮੋਦੀ ਸਾਹਿਬ ਦੀ ਜਿਹੜੀ ਸਾਰੀ ਕੋਟਰੀ ਹੈ, ਸਾਰੀ ਸਰਕਾਰ ਹੈ, ਉਹ ਇਹੀ ਕਹਿੰਦੀ ਆ ਰਹੀ ਹੈ ਕਿ ਜਿਹੜਾ ਸਰਕਾਰ ਹੈ ਉਹ ਜਿਹੜਾ ਹਿੰਦੁਸਤਾਨ ਦੇ ਲਈ, ਹਿੰਦੁਸਤਾਨ ਦੀ ਤਰੱਕੀ ਦੇ ਲਈ ਬਹੁਤ ਕੁਝ ਕਰ ਰਹੀ ਹੈ, ਬਹੁਤ ਸਾਰੀਆਂ ਸਕੀਮਾਂ ਲੈ ਕੇ ਆ ਰਹੀ ਹੈ, ਜਿਹਦੇ ਵਿੱਚ ਬਹੁਤ ਸਾਰੇ ਕਾਨੂੰਨ ਵੀ ਉਹਨਾਂ ਨੇ ਜਿਹੜੇ ਬਦਲੇ ਨੇ, ਲਗਭਗ 45 ਕਾਨੂੰਨ, ਚਾਹੇ ਉਹ ਮਜ਼ਦੂਰਾਂ ਦੀ ਗੱਲ ਹੋਵੇ, ਚਾਹੇ ਈਵਨ ਕੋਵਿਡ ਜਿਹੜੀ ਹੈਗੀ ਆ, ਕੋਵਿਡ ਨਾਲ ਸੰਬੰਧਿਤ, ਇਸ ਮਹਾਮਾਰੀ ਨਾਲ ਸੰਬੰਧਿਤ ਜਿਹੜੇ ਕਾਨੂੰਨ ਆਏ ਨੇ, ਉਹ ਵੀ ਤੁਸੀਂ ਦੇਖੋਗੇ ਕਿ ਕਾਰਪੋਰੇਟ ਦਾ ਫਾਇਦਾ ਕਰਨ ਦੇ ਲਈ ਹੀ ਬਣਾਏ ਜਾ ਰਹੇ ਨੇ। ਇੱਥੋਂ ਤੱਕ ਕਿ ਜਿਹੜੀ ਹੁਣ ਦਵਾਈ ਵੀ ਬਣਾਈ ਗਈ ਹੈ, ਜਿਹੜੀ ਲੋਕਾਂ ਦੇ ਟੀਕੇ ਲੱਗ ਰਹੇ ਨੇ, ਉਹਦੇ ਵਿੱਚ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਾਰਪੋਰੇਟਸ ਨੂੰ ਫਾਇਦਾ ਦੇਣ ਦੇ ਲਈ ਜਿਹੜਾ ਸੀਗਾ ਇਹ ਸਰਕਾਰਾਂ ਲੋਕਾਂ ਦੇ ਨਾਲ ਧੱਕੇ ਦੇ ਨਾਲ ਜਿਹੜੇ ਨੇ ਟੀਕੇ ਲਾ ਰਹੀਆਂ ਨੇ। ਸੋ ਜਦੋਂ ਕਿ ਲੋਕਾਂ ਨੂੰ ਇਹ ਲੱਗਦਾ ਕਿ ਸਾਨੂੰ ਧੱਕੇ ਨਾਲ ਦੀ ਲੋੜ ਨਹੀਂ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਬਰੀਕ ਤੋਂ ਬਰੀਕ ਚੀਜ਼ ਜਿਹੜੀ ਹੈਗੀ ਹੈ ਉਹ ਫਾਇਦਾ ਪਹੁੰਚਾਉਣ ਦੇ ਲਈ ਕਾਰਪੋਰੇਟਸ ਨੂੰ, ਇੱਥੋਂ ਤੱਕ ਕਿ ਸਿਰਫ ਫਾਇਦਾ ਨਹੀਂ ਪਹੁੰਚਾਇਆ ਜਾ ਰਿਹਾ ਸਿੱਧੇ ਤੌਰ ਤੇ, ਸਗੋਂ ਸਿੱਧੇ ਤੌਰ ਤੇ ਉਹਨਾਂ ਦੇ ਜਿਹੜੇ ਟੈਕਸ ਨੇ, ਉਹਨਾਂ ਦੇ ਉੱਤੇ ਜਿਹੜੇ ਕਰਜ਼ੇ ਨੇ,
ਉਹ ਵੀ ਮਾਫ, ਮਤਲਬ ਕਰੋੜਾਂ ਦੀ ਗਿਣਤੀ ਦੇ ਵਿੱਚ, ਕਰੋੜਾਂ ਅਰਬਾਂ ਰੁਪਇਆ ਜਿਹੜਾ ਹੈਗਾ ਉਹਨਾਂ ਅੰਬਾਨੀਆਂ ਅਡਾਨੀਆਂ ਦਾ ਜਾਂ ਹੋਰ ਜਿਹੜੇ ਵੱਡੇ ਸਰਮਾਏਦਾਰਾਂ ਦਾ ਉਹ ਮਾਫ ਕੀਤਾ ਗਿਆ ਔਰ ਉਹਨਾਂ ਨੂੰ ਫਾਇਦਾ ਪਹੁੰਚਾਇਆ ਗਿਆ। ਜਦੋਂ ਕਿ ਦੂਜੇ ਪਾਸੇ ਗਰੀਬ ਔਰ ਕਿਸਾਨ ਜਿਹੜਾ ਸੀਗਾ, ਉਹਨਾਂ ਦੀ ਜਿਹੜੀ ਰਹਿੰਦੀ ਖੂੰਹਦੀ ਜ਼ਮੀਨ ਬਚਦੀ ਸੀਗੀ, ਉਹ ਵੀ ਉਹਨਾਂ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਕਾਨੂੰਨਾਂ ਦੇ ਰਾਹੀਂ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਆਪਣੀ ਹੋਂਦ ਨੂੰ ਬਚਾਉਣ ਦੇ ਲਈ, ਆਪਣੇ ਹੋਰ ਅਮੀਰ ਹੋਣ ਦੇ ਲਈ, ਆਪਣੇ ਜਿਹੜੇ ਜੇ ਮੈਂ ਕਹਾਂ ਕਿ ਜਿਹੜੀ ਬੀਜੇਪੀ ਹੈ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਆਪਣੀਆਂ ਜੜ੍ਹਾਂ ਪੱਕੀਆਂ ਕਰਨਾ ਚਾਹੁੰਦੀ ਹੈ, ਹੋਰ ਆਪਣੇ ਆਪ ਨੂੰ ਮਜ਼ਬੂਤੀ ਆਰਥਿਕ ਤੌਰ ਤੇ ਬਣਾਉਣਾ ਚਾਹੁੰਦੀ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਆਰਥਿਕ ਤੌਰ ਤੇ ਮਜ਼ਬੂਤ ਹੋਵਾਂਗੇ ਤਾਂ ਲਾਜ਼ਮੀ ਤੌਰ ਤੇ ਜਿਹੜੀਆਂ ਅਗਲੀਆਂ ਇਲੈਕਸ਼ਨਾਂ ਹੋਣਗੀਆਂ 24 ਦੀਆਂ, ਤਾਂ ਉਹਨਾਂ ਨੂੰ ਅਸੀਂ ਪੈਸੇ ਦੇ ਨਾਲ ਫੇਰ ਜਿੱਤ ਲਵਾਂਗੇ, ਫਿਰ ਅਸੀਂ ਦੁਬਾਰਾ ਇੱਥੇ ਕਾਬਜ਼ ਹੋ ਜਾਵਾਂਗੇ। ਸੋ ਉਸ ਕਰਕੇ ਲਗਾਤਾਰ ਜਿਹੜਾ ਹੈਗਾ ਉਹਨਾਂ ਦੇ ਨਾਲ ਉਹ ਬਣੀ ਹੋਈ ਹੈ ਤੇ ਗਰੀਬਾਂ ਦੇ ਉੱਤੇ, ਮਜ਼ਦੂਰਾਂ ਦੇ ਉੱਤੇ, ਕਿਸਾਨਾਂ ਦੇ ਉੱਤੇ ਨਵੇਂ ਕਾਨੂੰਨਾਂ ਦੇ ਰਾਹੀਂ ਜਿਹੜਾ ਸੀਗਾ ਨਵੀਆਂ ਜਿਹੜੀਆਂ ਸੀ ਇਹ ਸਾਰੀਆਂ ਚੀਜ਼ਾਂ ਪੈਦਾ ਕੀਤੀਆਂ ਜਾ ਰਹੀਆਂ ਨੇ। ਅੱਛਾ, ਤੁਸੀਂ ਆ ਟੀਕੇ ਦਾ ਜ਼ਿਕਰ ਛੇੜਿਆ, ਹੁਣ ਉਹ ਟੀਕੇ ਦੀ ਤਾਂ ਤੁਸੀਂ ਗੱਲ ਕਰਤੀ, ਪਰ ਜਿਹੜਾ ਟੀਕਾ ਇਸ ਵੇਲੇ ਜਨਤਾ ਨੂੰ ਲਾਇਆ ਗਿਆ, ਜਿਹੜਾ ਟੀਕਾ ਕਿਸਾਨੀ ਨੂੰ ਲਾਇਆ ਗਿਆ, ਆਮ ਤੌਰ ਤੇ ਕਈ ਵਾਰੀ ਟੀਕਾ ਲੱਗਦਾ ਨਾ ਤਾਂ ਥੋੜਾ ਰਿਐਕਸ਼ਨ ਕਰ ਜਾਂਦਾ ਤੇ ਧੱਫੜ ਜਾ ਬਣ ਜਾਂਦਾ, ਕਈ ਵਾਰੀ ਗਟੋਲੀ ਜੀ ਬਣ ਜਾਂਦੀ, ਫਿਰ ਉਹਨੂੰ ਚੰਗੇ ਤਰੀਕੇ ਨਾਲ ਮਲਿਆ ਜਾਂਦਾ, ਦਵਾਈਆਂ ਲਾਈਆਂ ਜਾਂਦੀਆਂ, ਤੇ ਮੈਨੂੰ ਲੱਗਦਾ ਕਿ ਉਹ ਜਿਹੜਾ ਟੀਕਾ ਲਾਇਆ ਸੀਗਾ ਉਹ ਧੱਫੜ ਬਣ ਗਿਆ ਤੇ ਹੁਣ ਮਲਣਾ ਸ਼ੁਰੂ ਕਰ ਦਿੱਤਾ, ਉਹਨਾਂ ਨੂੰ ਉਹਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਲੋਕਾਂ ਨੇ। ਹੁਣ ਇਹ ਜਿਹੜਾ ਟੀਕਾ ਜਨਤਾ ਨੂੰ ਲਾਇਆ ਸੀ, ਜਿਸ ਤਰੀਕੇ ਨਾਲ ਉਹਦਾ ਰਿਐਕਸ਼ਨ ਹੋਇਆ ਇਸ ਸਮੇਂ ਸਾਹਮਣੇ ਨਿਕਲ ਕੇ ਆਇਆ, ਲੋਕ ਸੜਕਾਂ ਦੇ ਉਤਰਦੇ ਆ, ਇਹਦੇ ਨਤੀਜੇ ਕਿਹੜੇ ਨਿਕਲਦੇ ਤੁਸੀਂ ਮਹਿਸੂਸ ਕਰਦੇ ਆ ਕਿ ਕੀ ਸਿਰਫ ਇਹਦੇ ਨਾਲ ਇਹੀ ਹੋ ਜਾਏਗਾ ਕਿ ਕਾਨੂੰਨ ਵਾਪਸ ਹੋ ਜਾਣਗੇ, ਸਰਕਾਰ ਤੇ ਦਬਾਅ ਬਣ ਜਾਏਗਾ, ਜਾਂ ਇਹ ਹੋ ਸਕਦਾ ਕਿ ਕਾਨੂੰਨ ਵਾਪਸ ਨਹੀਂ ਹੋਣਗੇ, ਅੰਦੋਲਨ ਬਹੁਤ ਲੰਬਾ ਹੋ ਜਾਏਗਾ, ਜਾਂ ਇਸ ਅੰਦੋਲਨ ਨੇ ਹੋਰ ਇੰਨਾ ਕੁਝ ਦੇ ਦਿੱਤਾ ਆ ਕਿ ਉਸ ਪ੍ਰਾਪਤੀ ਦੇ ਨਾਲ ਉਹ ਕਿਤੇ ਅੱਗੇ ਹੈਗੀ ਹੈ? ਦੇਖੋ, ਜਦੋਂ ਵੀ ਇਦਾਂ ਦੇ ਅੰਦੋਲਨ ਹੁੰਦੇ ਨੇ ਔਰ ਇਦਾਂ ਦੀਆਂ ਕ੍ਰਾਂਤੀਆਂ ਹੁੰਦੀਆਂ ਨਾ, ਤਾਂ ਉਹ ਆਪਣੇ ਬਹੁਤ ਕੁਝ ਨਵਾਂ ਸਿਰਜਦੀਆਂ ਨੇ, ਬਹੁਤ ਕੁਝ ਨਵਾਂ ਪੈਦਾ ਹੁੰਦਾ ਉਹਨਾਂ ਦੇ ਵਿੱਚੋਂ। ਚਾਹੇ ਤੁਸੀਂ ਕੋਈ ਵੀ ਕ੍ਰਾਂਤੀਆਂ ਦੇਖ ਲਓ, ਚਾਹੇ ਮੈਂ ਸਿੱਖ ਇਨਕਲਾਬ ਦੀ ਗੱਲ ਕੀਤੀ ਹੈ, ਚਾਹੇ 47 ਦੀ ਗੱਲ ਕੀਤੀ ਹੈ, ਜਾਂ ਹੋਰ ਬਹੁਤ ਸਾਰੀਆਂ ਇਦਾਂ ਦੀਆਂ ਕ੍ਰਾਂਤੀਆਂ ਜਿਹੜੀਆਂ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਪੈਦਾ ਹੋਈਆਂ ਔਰ ਨਵਾਂ ਕੁਝ ਉਹਨਾਂ ਨੇ ਸਿਰਜਿਆ, ਚਾਹੇ ਸਾਹਿਤ ਦੇ ਤੌਰ ਤੇ ਦੇਖ ਲਓ, ਚਾਹੇ ਸਮਾਜਿਕ ਤੌਰ ਤੇ ਦੇਖ ਲਓ, ਆਰਥਿਕ ਤੌਰ ਤੇ ਦੇਖ ਲਓ, ਨਵੀਆਂ ਤਬਦੀਲੀਆਂ ਵਾਪਰਦੀਆਂ ਨੇ। ਸੋ ਇਹ ਜਿਹੜੀ ਕ੍ਰਾਂਤੀ ਪੰਜਾਬ ਦੇ ਕਿਸਾਨ ਔਰ ਪੰਜਾਬ ਦੇ ਆਵਾਮ ਜਿਹੜੀ ਅਗਵਾਈ ਕਰ ਰਹੇ ਨੇ, ਇਹ ਨਵੀਆਂ ਚੀਜ਼ਾਂ ਜਿੱਥੇ ਬੀਜੇਪੀ ਨੂੰ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਔਰ ਮੈਨੂੰ ਲੱਗਦਾ ਕਿ ਪੋਲੀਟੀਕਲ ਪਾਰਟੀਆਂ ਦੇ ਲਈ ਅੱਜ ਉਹਨਾਂ ਨੇ ਸੋਚਣ ਲਈ ਉਹਨਾਂ ਨੂੰ ਮਜਬੂਰ ਕੀਤਾ ਕਿ ਜਿਹੜਾ ਉਹ ਲਗਾਤਾਰ 75 ਸਾਲਾਂ ਤੋਂ ਜ਼ਿੰਦਗੀ ਜੀ ਰਹੇ ਸੀਗੇ ਔਰ ਛੋਟੇ ਅੱਜ ਅਸੀਂ ਮਤਲਬ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਦੇਖੋਗੇ ਜਿਹੜੀਆਂ ਗਲੀਆਂ ਔਰ ਨਾਲੀਆਂ ਦੇ ਉੱਤੇ ਸਾਡਾ ਜਿਹੜਾ ਹੈਗਾ ਵੋਟਿੰਗ ਹੁੰਦੀ ਹੈ। ਤੁਸੀਂ ਦੇਖੋ ਵੀ ਛੋਟੇ 5-5 10-10 ਰੁਪਏ ਦੇ ਆਪਾਂ ਬਿਹਾਰ 'ਚ ਜਾਈਏ, ਯੂਪੀ 'ਚ ਜਾਈਏ, ਲੋਕ ਕਿਵੇਂ ਮਤਲਬ ਜਿਹੜੀਆਂ ਨੇ ਵੋਟਾਂ ਉਹਨਾਂ ਦੀਆਂ ਵਿਕਦੀਆਂ ਨੇ। ਸੋ ਮੇਰਾ ਕਹਿਣ ਤੋਂ ਮਤਲਬ ਹੈ ਕਿ ਆਜ਼ਾਦੀ ਜਿਹੜੀ ਹੈਗੀ ਹੈ, ਜਿਸ ਕਿਸਮ ਦਾ ਸੁਪਨਾ ਸਾਡੇ ਪੁਰਖਿਆਂ ਨੇ ਲਿਆ ਸੀਗਾ, ਉਹ ਆਜ਼ਾਦੀ ਨਾ ਮਿਲਣ ਕਰਕੇ ਬਹੁਤ ਸਾਰਾ ਸਾਨੂੰ ਜਿਹੜਾ ਸਾਡਾ ਆਵਾਮ ਹੈ, ਆਮ ਲੋਕ ਨੇ, ਉਹ ਉਹਦੇ ਵਿਰਵੇ ਰਹੇ। ਹੁਣ ਉਹ ਚੇਤਨ ਹੋਏ ਨੇ ਔਰ ਪੰਜਾਬ ਉਹਦੇ ਵਿੱਚ ਮੋਹਰੀ ਹੋ ਕੇ ਆਪਣਾ ਵੱਡਾ ਰੋਲ ਅਦਾ ਕਰ ਰਿਹਾ ਔਰ 26 ਜਨਵਰੀ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਸੀਂ ਦੇਖੋਗੇ ਚੇਂਜ ਹੋਣਗੀਆਂ। ਜਿੱਥੇ ਇਹਦੇ ਵਿੱਚ ਬੀਜੇਪੀ ਜਿਹੜੀ ਸਰਕਾਰ ਹੈ ਉਹਨੂੰ ਡਿੱਗਣ ਦਾ ਖਤਰਾ ਜਿਹੜਾ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ, ਉੱਥੇ ਮੈਨੂੰ ਲੱਗਦਾ ਹੈ ਕਿ ਜਿਹੜਾ ਪੰਜਾਬ ਹੈ, ਪੰਜਾਬ ਦੇ ਵਿੱਚ ਜਿਹੜੀ ਇੱਕ ਖੜੋਤ ਸੀਗੀ, ਬਹੁਤ ਲੰਬੇ ਸਮੇਂ ਤੋਂ ਅਸੀਂ ਇੱਕ ਖੜੋਤ ਮਹਿਸੂਸ ਕਰ ਰਹੇ ਸੀਗੇ, ਖਾਸ ਤੌਰ ਤੇ ਪੋਲੀਟੀਕਲ ਐਂਗਲ ਤੋਂ ਜਿਹੜੀ ਸੀਗੀ, ਉਸ ਨੂੰ ਤੋੜਨ ਦੇ ਵਿੱਚ ਜਿਹੜਾ ਸੀਗਾ ਇਹ ਰੋਲ ਜਿਹੜਾ ਹੈ, ਇਹ ਸੰਘਰਸ਼, ਇਹ ਕ੍ਰਾਂਤੀ ਜਿਹੜੀ ਹੈਗੀ ਆ, ਇੱਕ ਨਵਾਂ ਰੋਲ ਅਦਾ ਹੋਏਗਾ ਉਹਦਾ ਔਰ ਪੰਜਾਬ ਇੱਕ ਨਵੇਂ ਫਿਜ਼ਾ ਦੇ ਵਿੱਚ ਜਿਹੜਾ ਹੈਗਾ ਸਾਹ ਲਏਗਾ ਆਉਣ ਵਾਲੇ ਸਮੇਂ ਦੇ ਵਿੱਚ। ਜੀ, ਪੰਜਾਬ ਦੇ ਵਿੱਚ ਇੱਕ ਖੜੋਤ ਸੀਗੀ ਬੌਧਿਕ ਪੱਧਰ ਤੇ। ਅਸੀਂ ਕਈ ਵਾਰੀ ਇਹ ਚਰਚਾ ਛੇੜੀ ਹੈ ਕਿ ਬੌਧਿਕ ਪੱਧਰ ਤੇ ਪੰਜਾਬ ਜਿਹੜਾ ਆ ਉਹ ਹੌਲੀ-ਹੌਲੀ ਬੰਜਰ ਹੁੰਦਾ ਜਾ ਰਿਹਾ। ਇਹਦੇ ਨਾਲ ਹਰੀ ਕ੍ਰਾਂਤੀ ਨੇ ਜ਼ਮੀਨੀ ਤੌਰ ਤੇ ਵੀ ਇਹਨੂੰ ਬੰਜਰ ਕਰ ਦਿੱਤਾ ਸੀਗਾ। ਪਰ ਇੱਕ ਚੀਜ਼ ਜ਼ਰੂਰ ਇੱਥੇ ਕਹਿਣੀ ਬਣਦੀ ਹੈ ਕਿ ਇਸ ਅੰਦੋਲਨ ਦੇ ਨਾਲ ਜਿੱਥੇ ਨੌਜਵਾਨੀ ਦਾ ਬੌਧਿਕ ਪੱਧਰ ਥੋੜਾ ਖੁੱਲਾ ਹੋਇਆ ਆ, ਮੋਕਲਾ ਹੋਇਆ ਆ, ਉਹਨਾਂ ਨੇ ਆਪਣੀਆਂ ਜ਼ਰੂਰਤਾਂ, ਉਹਨਾਂ ਨੇ ਆਪਣੀ ਹੋਂਦ ਦੇ ਪ੍ਰਸ਼ਨ ਜਿਹੜੇ ਉਹ ਪਛਾਣਨੇ ਸ਼ੁਰੂ ਕੀਤੇ ਆ। ਉੱਥੇ ਹੀ ਇਸ ਅੰਦੋਲਨ ਦਾ ਇੱਕ ਅਸਰ ਇਹ ਵੀ ਹੈ ਕਿ ਡਾਕਟਰ ਭੀਮੇਂਦਰ ਸਿੰਘ ਹੋਰਾਂ ਨਾਲ ਜਦੋਂ ਮੈਂ ਗੱਲਬਾਤ ਸ਼ੁਰੂ ਕੀਤੀ ਸੀਗੀ ਤੇ ਕਾਫੀ ਸਾਰੀਆਂ ਇਹਨਾਂ ਦੀਆਂ ਕਿਤਾਬਾਂ ਜਿਹੜੀਆਂ ਉਹ ਆ ਚੁੱਕੀਆਂ ਨੇ, ਤੇ ਕਿਸੇ ਬੌਧਿਕ ਪੱਧਰ ਵਾਲੇ ਵਿਅਕਤੀ ਨਾਲ ਗੱਲ ਕਰੋ, ਕਿਸੇ ਸਾਹਿਤਕਾਰ ਨਾਲ ਗੱਲ ਕਰੋ, ਤੇ ਉਹਦੇ ਸ਼ਬਦਾਂ ਦੀ ਜਿਹੜੀ ਬਣਤਰ ਹੁੰਦੀ ਹੈ, ਜਿਸ ਤਰੀਕੇ ਦੇ ਸ਼ਬਦਾਂ ਦਾ ਇਸਤੇਮਾਲ ਕਰਦਾ, ਜਿਹਨੂੰ ਆਲੋਚਨਾ ਦੀ ਭਾਸ਼ਾ, ਸਿਧਾਂਤਕ ਭਾਸ਼ਾ ਕਿਹਾ ਜਾਂਦਾ, ਉਹ ਭਾਸ਼ਾ ਬਹੁਤੀ ਵਰਤੀ ਜਾਂਦੀ ਤੇ ਕਈ ਵਾਰੀ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੀ। ਮੈਨੂੰ ਲੱਗਦਾ ਕਿ ਇਦਾਂ ਦੇ ਅੰਦੋਲਨਾਂ ਦਾ ਜਾਂ ਇਸ ਅੰਦੋਲਨ ਦਾ ਅਸਰ ਹੈ ਕਿ ਉਹਨਾਂ ਦੀ ਭਾਸ਼ਾ ਜਿਹੜੀ ਆ ਉਹ ਆਮ ਠੇਠ
ਜੋ ਇਸ ਅੰਦੋਲਨ ਦੇ ਵਿੱਚ ਹੋ ਵਿਚਰ ਰਿਹਾ, ਬਿਲਕੁਲ ਭਾਸ਼ਾ ਵੀ ਉਹਦੇ ਹਾਣ ਦੀ ਜਿਹੜੀ ਆ ਉਹ ਨਜ਼ਰ ਆਈ ਹੈ। ਤੇ ਮੇਰਾ ਖਿਆਲ ਹੈ ਕਿ ਕੱਲਾ ਕੱਲਾ ਨੁਕਤਾ ਖੁੱਲ੍ਹ ਕੇ ਤੇ ਐਨ ਨੂੰ ਸਾਫ਼ ਸ਼ਫਾਫ ਸ਼ਬਦਾਂ ਦੇ ਵਿੱਚ ਉਹਨਾਂ ਨੇ ਸਾਹਮਣੇ ਰੱਖ ਦਿੱਤਾ ਕਿ ਸਾਹਿਤਕਾਰ ਵੀ ਕੁੱਲ ਮਿਲਾ ਕੇ ਇਸ ਸਮੇਂ ਇੱਦਾਂ ਹੀ ਮਹਿਸੂਸ ਕਰ ਰਿਹਾ ਜਿਵੇਂ ਉਸ ਅੰਦੋਲਨ ਦੇ ਵਿੱਚ ਸ਼ਾਮਲ ਇੱਕ ਆਮ ਵਿਅਕਤੀ। ਹੁਣ ਭਵਿੱਖ ਦੇ ਵਿੱਚ ਅਸਰ ਕੀ ਹੁੰਦਾ ਹੈ ਇਸ ਅੰਦੋਲਨ ਦਾ, ਕਿੰਨਾ ਕੁ ਸੱਚਿਓ ਜਾਗਦੇ ਸਿਰ ਵਾਲਾ ਬਣਦਾ ਹੈ ਪੰਜਾਬ, ਕਿੰਨਾ ਕੁ ਪੰਜਾਬ ਦੇ ਵਿੱਚ ਸਮਾਜਿਕ, ਸਾਹਿਤਕ, ਰਾਜਨੀਤਿਕ ਤੇ ਆਰਥਿਕ ਤੌਰ ਤੇ ਤਬਦੀਲੀ ਆਉਂਦੀ ਹੈ, ਇਹ ਫਿਲਹਾਲ ਭਵਿੱਖ ਦੱਸੇਗਾ। ਇਸ ਦੇ ਨਾਲ ਹੀ ਮੇਰੇ ਸਹਿਯੋਗੀ ਪ੍ਰਵੀਨ ਬੌਬੀ ਤੇ ਜਸਵੀਰ ਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।